ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੁੰਜਾ ਸਿੱਖ ਫਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬੀਤੇ ਹਫ਼ਤੇ ਵਿੱਚ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ। ਸੋ ਬੀਤੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿਹੜੇ ਕੰਮ ਕੀਤੇ ਗਏ ਪੂਰੀ ਖਬਰ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਹੈ ਗੂੰਜਾ ਸਿੱਖ ਫਿਰਸੇ ਦੀਆਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਆਉਣ ਵਾਲੀਆਂ ਨੇ, ਜਿਸ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਉੱਥੇ ਹੀ ਹਰਪਾਲ ਸਿੰਘ ਕੋਛੜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਹਰਪਾਲ ਸਿੰਘ ਕੋਛੜ ਦਾ ਸਰੋਪਾ ਪਾ ਕੇ ਸਵਾਗਤ ਕੀਤਾ ਗਿਆ ਤੇ ਹਰਪਾਲ ਸਿੰਘ ਕੋਛੜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਟੀਮ ਜਿਹੜੀ ਵੀ ਜ਼ਿੰਮੇਵਾਰੀ ਦੇਵੇਗੀ ਉਹਨਾਂ ਨੂੰ ਤਨਦੇਹੀ ਦੇ ਨਾਲ ਨਿਭਾਵਾਂਗੇ। ਆਓ ਜੀ ਨਾਲ ਆਓ ਬੈਠ ਕੇ ਕਰਾਂਗੇ। ਪਹਿਲਾਂ ਇੱਕ ਵਾਰ ਸਭ ਨੂੰ ਸੁਰਜੀਤ ਸਿੰਘ ਕੋਛੜ ਬੋਲੇ ਸੋ ਨਿਹਾਲ ਲੋਨੀ ਪਾਟਿਆ ਸਾਹਿਬ ਰੂਪਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ। ਸਾਡੇ ਯੂਥ ਵਿੰਗ ਦੇ ਜਤਿੰਦਰ ਜੀ ਬੋਲੇ ਸੋ ਨਿਹਾਲ ਸੋ ਨਿਹਾਲ ਸਤਿ ਸ੍ਰੀ ਅਕਾਲ। ਠੀਕ ਠਾਕ ਜੀ ਭੈਣ ਜੀ, ਠੀਕ ਨੇ? ਸਰਦਾਰ ਹਰਪਾਲ ਸਿੰਘ ਜੀ ਕੋਛੜ ਸਾਹਿਬ ਜਿਹੜੇ ਕਿ ਦਿੱਲੀ ਦੇ ਇੱਕ ਨਾਮਚੀਨ ਸ਼ਖਸੀਅਤ ਵੀ ਨੇ ਔਰ ਜਿਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੀ ਬਹੁਤ ਵੱਡੀ ਸੇਵਾਵਾਂ ਨਿਭਾਈਆਂ ਮੈਂਬਰ ਦੇ ਰੂਪ ਅੰਦਰ। ਉਹਨਾਂ ਨੇ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਕੋਛੜ ਪਰਿਵਾਰ ਦੇ ਨਾਲ ਸਰਦਾਰ ਜਸਪਾਲ ਸਿੰਘ ਜੀ ਕੋਛੜ ਸਾਹਿਬ ਸਾਡੇ ਸਤਿਕਾਰਿਤ ਵੱਡੇ ਭਰਾ ਨੇ। ਕੋਛੜ ਪਰਿਵਾਰ ਦੀ ਦੇਸ਼ ਦਿੱਲੀ ਦੇ ਅੰਦਰ ਬਹੁਤ ਵੱਡੀ ਇਹਨਾਂ ਮਹਾਨ ਸੇਵਾਵਾਂ ਦੀ ਦੇਣ ਆ। ਸੋ ਮੈਂ ਜਿੱਥੇ ਉਹਨਾਂ ਨੂੰ ਜੀ ਆਇਆਂ ਕਹਿੰਦਾ ਹੈ, ਮੈਂ ਉਮੀਦ ਕਰਦਾ ਹਾਂ ਕਿ ਕੋਛੜ ਸਾਹਿਬ ਜਿਸ ਤਰੀਕੇ ਇਸ ਨੌਜਵਾਨਾਂ ਦੀ ਟੀਮ ਨੇ ਦਿੱਲੀ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਹੋਏ ਜੋ ਉਹਨਾਂ ਤੁਹਾਨੂੰ ਮਹਾਨ ਸੇਵਾਵਾਂ ਬਖਸ਼ੀਆਂ ਸੀ ਉਹਨੂੰ ਤਨਦੇਹੀ ਨਾਲ ਨਿਭਾਉਣ ਦਾ ਕੰਮ ਕੀਤਾ। ਦੇਸ਼ ਅੰਦਰ ਜੇ ਕਿਤੇ ਵੀ ਲੋੜ ਪਈ ਆ, ਦਿੱਲੀ ਕਮੇਟੀ ਨੇ ਆਪਣਾ ਫਰਜ਼ ਸਮਝ ਕੇ ਆਪਣੇ ਪਰਿਵਾਰਾਂ ਦੇ ਨਾਲ ਖੜੀ ਹੋਈ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਕੋਛੜ ਸਾਹਿਬ ਤੁਸੀਂ ਵੀ ਇਸੇ ਹੀ ਜਜ਼ਬੇ ਦੇ ਨਾਲ, ਇਸੇ ਹਿੰਮਤ ਦੇ ਨਾਲ, ਭਾਵੇਂ ਉਹ ਕਿਸਾਨੀ ਅੰਦੋਲਨ ਦੀ ਗੱਲ ਹੋਵੇ, ਭਾਵੇਂ ਉਹ ਕੋਵਿਡ ਦੀ ਗੱਲ ਹੋਵੇ, ਭਾਵੇਂ ਉਹ ਉੱਤਰਾਖੰਡ ਦੇ ਬਾਜਪੁਰ ਦੀ ਗੱਲ ਹੋਵੇ ਜਾਂ ਯੂਪੀ ਦੇ ਰਾਮਪੁਰ ਦੀ ਗੱਲ ਹੋਵੇ ਜਾਂ ਬੰਗਾਲ ਦੇ ਕਲਕੱਤੇ ਦੀ ਗੱਲ ਹੋਵੇ ਸਾਡੇ ਸਿੱਖਾਂ ਦੀ, ਜਾਂ ਹਰਿਆਣੇ ਦੇ ਅੰਬਾਲੇ ਦੀ ਗੱਲ ਹੋਵੇ ਜਾਂ ਰਾਜਸਥਾਨ ਦੇ ਅੰਦਰ, ਜਿੱਥੇ ਵੀ ਜਦੋਂ ਵੀ ਲੋੜ ਪਈ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਤਾਕਤ ਨੂੰ ਦੇਸ਼ ਦੀਆਂ ਸਰਕਾਰਾਂ ਨੂੰ, ਸੂਬੇ ਦੀਆਂ ਸਰਕਾਰਾਂ ਨੂੰ ਮਹਿਸੂਸ ਕਰਾਇਆ। ਸੋ ਸਾਨੂੰ ਉਮੀਦ ਆ ਕਿ ਤੁਸੀਂ ਵੀ ਸਾਡੀ ਬਾਂਹ ਬਣ ਕੇ ਔਰ ਆਉਣ ਵਾਲੇ ਸਮੇਂ ਦੇ ਅੰਦਰ ਮਾਲਕ ਤੁਹਾਨੂੰ ਸੇਵਾ ਹੋਰ ਵੱਡੀ ਬਖਸ਼ੇ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਅਸੀਂ ਮਿਲ ਜੁਲ ਕੇ ਕੌਮ ਦੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਔਰ ਪੰਥ ਦੀ ਸੇਵਾ ਨਿਭਾ ਸਕੀਏ। ਬੜੀ ਖੁਸ਼ੀ ਦੀ ਗੱਲ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਨੂੰ ਦੇਖਦੇ ਹੋਏ ਜਿਸ ਤਰੀਕੇ ਦੇ ਨਾਲ ਪਿਛਲੀ 2 ਸਾਲਾਂ ਦਾ ਕਾਰਜਕਾਲ ਦਿੱਲੀ ਕਮੇਟੀ ਦੇ ਵਿੱਚ ਹੋਇਆ, ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਔਰ ਬੜੀ ਵੱਡੀ ਇੱਕ ਲਹਿਰ ਦਿੱਲੀ ਦੇ ਵਿੱਚ ਨੌਜਵਾਨਾਂ ਨੂੰ ਜੁਆਇਨ ਕਰਨ ਦੀ ਹੋਈ। ਉਹਦੇ ਵਿੱਚ ਅੱਜ ਬਹੁਤ ਵੱਡੀ ਇਜ਼ਾਫਾ ਹੋਇਆ, ਜਿਸ ਵਕਤ ਸਾਡੇ ਬਹੁਤ ਹੀ ਸਤਿਕਾਰਯੋਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਰਦਾਰ ਹਰਪਾਲ ਸਿੰਘ ਜੀ ਕੋਛੜ ਅੱਜ ਪਾਰਟੀ ਦੇ ਵਿੱਚ ਜੁਆਇਨ ਕਰ ਰਹੇ ਹੈ। ਕਿਉਂਕਿ ਜਿਸ ਕਾਰਜਕਾਲ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਦਿੱਲੀ ਕਮੇਟੀ ਦੇ ਵਿੱਚ, ਮੈਂ ਸਮਝਦਾ ਕਿ ਜਿਸ ਬੇਬਾਕੀ ਦੇ ਨਾਲ ਔਰ ਬੇਦਾਗ ਹੋ ਕੇ ਇਹਨਾਂ ਨੇ ਕੰਮ ਕੀਤਾ ਸੀ, ਅੱਜ ਪਾਰਟੀ ਨੇ ਵੀ ਇਹਨਾਂ ਨੂੰ ਜੀ ਆਇਆਂ ਕਿਹਾ, ਦੋਵਾਂ ਬਾਹਾਂ ਖੋਲ੍ਹ ਕੇ ਇਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਆਪਣੇ ਸਾਥੀਆਂ ਦੇ ਨਾਲ ਇਹਨਾਂ ਨੇ ਪਾਰਟੀ ਦੀ ਪਾਲਿਸੀਜ਼ ਨੂੰ ਦੇਖਦੇ ਹੋਏ ਇੱਥੇ ਜੁਆਇਨ ਕਰ ਰਹੇ ਨੇ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਪਾਰਟੀ ਦੇ ਵਿੱਚ ਆਉਣ ਨੂੰ ਜੀ ਆਇਆਂ ਕਹਿੰਦਾ। ਸਾਡੇ ਅਤੀ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਔਰ ਸਾਡੇ ਅਤੀ ਸਤਿਕਾਰਯੋਗ ਹਰਮੀਤ ਸਿੰਘ ਜੀ ਕਾਲਕਾ ਜੀ ਅਤੇ ਉਹਨਾਂ ਦੀ ਟੀਮ ਨੇ ਜੋ ਸੇਵਾਵਾਂ 2 ਸਾਲ ਕੀਤੀਆਂ ਨੇ,
ਚਾਹੇ ਉਹ ਕਰੋਨਾ ਕਾਲ ਸੀ ਔਰ ਚਾਹੇ ਕਿਸਾਨਾਂ ਦਾ ਮਾਮਲਾ ਹੈ। ਦਿੱਲੀ 'ਚ ਹੀ ਨਹੀਂ, ਦੇਸ਼ 'ਚ ਹੀ ਨਹੀਂ, ਇਹਨਾਂ ਨੇ ਆਪਣੀ ਟੀਮ ਨਾਲ ਜੋ ਸੇਵਾਵਾਂ ਦਿੱਤੀਆਂ ਹਨ, ਸ਼ਲਾਘਾਯੋਗ ਹੈ। ਮੈਨੂੰ ਬੜੀ ਖੁਸ਼ੀ ਹੈ ਅੱਜ ਮੈਂ ਇਸ ਦਲ ਨੂੰ ਜੁਆਇਨ ਕੀਤਾ ਹੈ ਔਰ ਜੋ ਸੇਵਾਵਾਂ ਮੈਨੂੰ ਟੀਮ ਦੇਗੀ ਉਹਨੂੰ ਮੈਂ ਤਨਦੇਹੀ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਗੂੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਿਸਾਨਾਂ ਦਾ ਸੰਘਰਸ਼ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਜਾਰੀ ਹੈ ਤੇ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਤੇ ਇੱਥੇ ਹੀ ਕਿਸਾਨ ਆਪਣਾ ਹਰੇਕ ਤਿਉਹਾਰ ਬਾਰਡਰਾਂ ਦੇ ਉੱਤੇ ਹੀ ਮਨਾ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਇਸ ਮੌਕੇ ਤੇ ਮੌਜੂਦ ਰਹਿੰਦੇ ਨੇ ਤੇ ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਦ ਤੱਕ ਇਹ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਤੇ ਆਉਣ ਵਾਲੇ ਜਿੰਨੇ ਵੀ ਤਿਉਹਾਰ ਨੇ ਉਹ ਵੀ ਇੱਥੇ ਹੀ ਮਨਾਵਾਂਗੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਜਸਮੀਤ ਸਿੰਘ ਨੇ। ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਔਰ ਵੱਖ-ਵੱਖ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਜਿਹੜਾ ਹੈ ਉਹ ਡਟੇ ਹੋਏ ਨੇ। ਦਿੱਲੀ ਬਾਰਡਰਾਂ ਦੇ ਉੱਤੇ ਮਨਜਿੰਦਰ ਸਿੰਘ ਸਿਰਸਾ ਜੀ ਨਾਲ ਨੇ। ਸਿਰਸਾ ਸਾਹਿਬ, ਇਹਨਾਂ ਕਿਸਾਨਾਂ ਨੇ ਦੀਵਾਲੀ ਵੀ ਪੰਜਾਬ ਹਰਿਆਣੇ ਦੇ ਵਿੱਚ ਧਰਨਿਆਂ ਤੇ ਬਿਤਾਈ ਹੈ, ਨਵਾਂ ਸਾਲ ਵੀ, ਸ਼ਹੀਦੀ ਜੋੜ ਮੇਲ ਵੀ ਜਿਹੜਾ ਹੈ ਇੱਥੇ ਅੰਦੋਲਨ ਦੇ ਵਿੱਚ ਸ਼ਾਮਲ ਰਹੇ ਨੇ। ਅੱਜ ਦਾ ਦਿਨ ਮਾਘੀ ਦਾ ਬੜਾ ਅਹਿਮ ਹੈ, ਜਦੋਂ ਗੁਰੂ ਘਰਾਂ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੈ, ਉਹ ਦਿਨ ਵੀ ਇਹਨਾਂ ਦਾ ਅੰਦੋਲਨ ਦੇ ਵਿੱਚ ਲੰਘ ਰਿਹਾ। ਬਿਲਕੁਲ ਜੀ, ਅੱਜ ਦਾ ਦਿਨ ਬਹੁਤ ਵਿਸ਼ੇਸ਼ ਮਾਇਨੇ ਰੱਖਦਾ ਹੈ ਔਰ ਇਸ ਮਾਘੀ ਦੇ ਦਿਨ ਦੇ ਉੱਤੇ ਜਦੋਂ ਕਿ ਸ਼ੁਰੂਆਤੀ ਮਹੀਨੇ ਦੀ ਦਿਹਾੜਾ ਜਦੋਂ ਹੁੰਦਾ ਹੈ ਤੇ ਦੁਨੀਆ ਭਰ ਦੀਆਂ ਸੰਗਤਾਂ ਜਿਹੜੀਆਂ ਨੇ ਗੁਰੂ ਚਰਨਾਂ ਨਾਲ ਜੁੜਦੀਆਂ ਨੇ ਔਰ ਅੱਜ ਇੱਥੇ ਜਿਹੜੀਆਂ ਸੰਗਤਾਂ ਬੈਠੀਆਂ ਨੇ ਉਹ ਮਾਘੀ ਦਾ ਇਹ ਦਿਨ ਵੀ ਇੱਥੇ ਹੀ ਮਨਾ ਰਹੀਆਂ ਨੇ, ਕਿਉਂਕਿ ਸਰਕਾਰ ਨੇ ਇਹਨਾਂ ਨੂੰ ਮਜਬੂਰ ਕੀਤਾ। ਕੋਈ ਸੜਕਾਂ ਤੇ ਬਹਿਣਾ ਨਹੀਂ ਚਾਹੁੰਦੇ ਸੀਗੇ, ਲੇਕਿਨ ਇਹ ਅੰਦੋਲਨ ਹੀ ਇਸ ਤਰ੍ਹਾਂ ਦਾ ਹੈ, ਇਸ ਅੰਦੋਲਨ ਨੇ ਰੂਪ ਹੀ ਐਸਾ ਲੈ ਲਿਆ ਕਿ ਸਰਕਾਰ ਝੁਕੀ ਵੀ ਆ, ਸਰਕਾਰ ਮਜਬੂਰ ਵੀ ਆ ਤੇ ਸਰਕਾਰ ਇਹ ਵੀ ਦਿਖਾਉਣਾ ਚਾਹੁੰਦੀ ਆ ਵੀ ਅਸੀਂ ਝੁਕੇ ਨਹੀਂ। ਸਰਕਾਰ ਦਾ ਸੁਪਰੀਮ ਕੋਰਟ ਨੇ ਵੀ ਐਕਸਪੋਜ਼ ਕੀਤਾ, ਜਿਹੜੇ ਤਿੰਨੇ ਬਿੱਲਾਂ ਦੇ ਉੱਤੇ ਜਿਹੜਾ ਸਵਾਲ ਚੁੱਕ ਕੇ ਕਿਹਾ ਹੈ ਕਿ ਇਹਨਾਂ ਬਿੱਲਾਂ ਨੂੰ ਹੋਲਡ ਕੀਤਾ ਜਾਵੇ। ਉਹ ਕਿਸਾਨਾਂ ਦੀ ਇੱਕ ਬਹੁਤ ਵੱਡੀ ਜਿੱਤ ਇਸ ਗੱਲ ਦੀ ਆ ਵੀ ਕਿਸਾਨੀ ਵਾਲੀ ਗੱਲ ਹੀ ਸੁਪਰੀਮ ਕੋਰਟ ਨੇ ਮੰਨੀ ਆ ਔਰ ਜੋ 3 ਮੈਂਬਰੀ 4 ਮੈਂਬਰੀ ਕਮੇਟੀ ਬਣਾਈ ਸੀ ਉਹਦੇ 'ਚ ਮੈਂਬਰ ਰਿਜ਼ਾਈਨ ਕਰਨ ਲੱਗ ਪਏ। ਉਹ ਕਮੇਟੀ ਕਿਸਾਨ ਵਿਰੋਧੀ ਸੀ, ਤਾਂ ਹੀ ਹੁਣ ਮੈਂਬਰ ਰਿਜ਼ਾਈਨ ਕਰਕੇ ਭੱਜਦੇ ਪਏ ਨੇ। ਸੋ ਕਿਸਾਨਾਂ ਦੀ ਲੰਬੀ ਲੜਾਈ ਆ। ਅੱਜ ਮਾਘੀ ਦਾ ਦਿਨ ਇੱਥੇ ਮਨਾਇਆ, ਆਉਣ ਵਾਲੇ ਦਿਨਾਂ ਦੇ ਅੰਦਰ ਪਤਾ ਨਹੀਂ ਕਿਹੜੇ ਦਿਨ ਇੱਥੇ ਮਨਾਉਣੇ ਪੈਣਗੇ, ਪਰ ਇਹ ਲੜਾਈ ਹੁਣ ਤੱਕ ਜਾਰੀ ਰਹੂਗੀ ਜਦੋਂ ਤੱਕ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਇੱਕ ਆਪਾਂ ਸਿੱਖ ਪੰਥ ਦਾ ਇਤਿਹਾਸ ਦੇਖੀਏ ਅੱਜ ਦੇ ਦਿਨ ਔਰ ਆਸ-ਪਾਸ ਦੇ ਦਿਨਾਂ ਦੀ ਉਸ ਵੇਲੇ ਦੀ ਮਹੱਤਤਾ, ਜਦੋਂ 40 ਮੁਕਤੇ ਅਨੰਦਪੁਰ ਸਾਹਿਬ ਤੋਂ ਦਾਵਾ ਲਿਖ ਕੇ ਵਾਪਸ ਆ ਗਏ। ਮਾਈ ਭਾਗੋ ਨੇ ਜੋ ਸ਼ਬਦਾਵਲੀ ਕਹੀ, ਉਹ ਸ਼ਬਦਾਵਲੀ ਦਾ ਅਸਰ ਸੀ। ਉਹ ਵਾਪਸ ਜਦ ਮੁਕਤਸਰ ਸਾਹਿਬ ਦੇ ਵਿੱਚ ਉਹ ਜਿਨ੍ਹਾਂ 40 ਮੁਕਤਿਆਂ ਨੇ ਦੁਬਾਰਾ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਲੜਾਈ ਕੀਤੀ। ਇਸ ਅੰਦੋਲਨ ਦੀ ਜੇਕਰ ਗੱਲ ਕਰੀਏ, ਲਗਾਤਾਰ ਉਹ ਉਸ ਟਾਈਮ ਵੀ ਸੰਵਾਦ ਹੋਇਆ ਸੀ, ਸੰਵਾਦ ਨੇ ਅਸਰ ਕੀਤਾ 40 ਸਿੰਘਾਂ ਦੇ ਉੱਤੇ। ਇਸ ਵੇਲੇ ਵੀ ਸੰਵਾਦ ਲਗਾਤਾਰ ਚੱਲ ਰਿਹਾ, ਪਰ ਉਹ ਅਸਰ ਨਹੀਂ ਹੁੰਦਾ ਦਿਖਾਈ ਦੇ ਰਿਹਾ ਸੰਵਾਦ ਦਾ ਸਰਕਾਰ ਤੇ, ਕਿਉਂਕਿ ਉਸ ਵੇਲੇ ਜਿਹੜਾ ਸੰਵਾਦ ਹੋਇਆ ਸੀਗਾ ਉਹ ਸਮਰਪਿਤ ਸਿੰਘ ਸੀਗੇ। ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਉਹ ਇੱਕ ਗਲਤੀ ਕਰ ਬੈਠੇ ਨੇ, ਉਹਨਾਂ ਨੇ ਨਾ ਕੇਵਲ ਉਸ ਗਲਤੀ ਦਾ ਸੋਧ ਕੀਤਾ ਪਰ ਗੁਰੂ ਦੇ ਚਰਨਾਂ 'ਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਔਰ ਦੂਜੇ ਪਾਸੇ ਇੱਕ ਸਰਕਾਰ ਨੂੰ ਬੜਾ ਸਪਸ਼ਟ ਪਤਾ ਚੱਲ ਚੁੱਕਿਆ ਕਿ ਉਹਨੇ ਗਲਤੀ ਕੀਤੀ ਆ, ਲੇਕਿਨ ਉਹ ਸਰਕਾਰ ਆਪਣੀ ਹੈਂਕੜਬਾਜ਼ੀ ਅੰਦਰ, ਉਹ ਸਰਕਾਰ ਦੇਸ਼ ਦੇ ਲੋਕਾਂ ਨੂੰ ਇਹ ਮੈਸੇਜ ਦੇਣ ਵਾਸਤੇ ਕਿ ਮੈਂ ਗਲਤ ਨਹੀਂ ਕੀਤਾ, ਕਿਸਾਨ ਗਲਤ ਕਰਦੇ ਪਏ ਨੇ, ਉਹਨਾਂ ਕਿਸਾਨਾਂ ਨੂੰ ਅੱਤਵਾਦੀ, ਵੱਖਵਾਦੀ, ਨੈਕਸਲਾਈਟ, ਚਾਈਨੀਜ਼, ਪਾਕਿਸਤਾਨੀ ਹਰ ਤਰ੍ਹਾਂ ਦਾ ਨਾਮ ਦਿੰਦੀ ਪਈ ਆ। ਇਸ ਕਰਕੇ ਇਹਨਾਂ ਦੋਵਾਂ ਦਾ ਅੰਤਰ ਆ। ਇਹ ਸਰਕਾਰ ਨੂੰ ਵੀ ਆਖਰਕਾਰ ਅਕਾਲ ਪੁਰਖ ਦੀ ਰਜ਼ਾ ਦੇ ਰਹਿੰਦਿਆਂ ਇਸੇ ਤਰ੍ਹਾਂ ਝੁਕਣਾ ਪਊਗਾ। ਝੁਕ ਕੇ ਹੀ ਇਹਨੂੰ ਵੀ ਆਪਣੀਆਂ ਖਿਮਾ ਦੀ ਯਾਚਨਾ ਵੀ ਕਰਨੀਆਂ ਪੈਣਗੀਆਂ। ਜਿੰਨੇ ਵੱਡੇ ਜ਼ੁਲਮ ਢਾਏ ਜਾ ਰਹੇ ਨੇ, ਇੰਨੇ ਲੋਕ ਸ਼ਹੀਦ ਹੋ ਗਏ ਨੇ, ਇਹ ਲੜਾਈ ਜਿਹੜੀ ਆ ਅੱਜ ਕੇਵਲ ਕਿਸਾਨੀ ਦੀ ਹੁਣ ਨਹੀਂ ਰਹੇਗੀ, ਦੇਸ਼ ਔਰ ਦੁਨੀਆ ਦੇ ਇਨਸਾਫ ਪਸੰਦ ਲੋਕਾਂ ਦੀ, ਦੇਸ਼ ਔਰ ਦੁਨੀਆ ਦੇ ਜਿਹੜੇ ਲੋਕਾਂ ਦਾ ਡੈਮੋਕ੍ਰੇਸੀ 'ਚ ਵਿਸ਼ਵਾਸ ਆ ਉਹਨਾਂ ਦੀ, ਔਰ ਜਿਹੜੇ ਲੋਕ ਕਿਸਾਨੀ ਦੀ ਭਾਵਨਾ ਨੂੰ ਸਮਝਦੇ ਨੇ, ਅੱਜ ਉਹਨਾਂ ਸਭ ਦੀ ਲੜਾਈ ਬਣ ਚੁੱਕੀ ਹੈ। ਲਗਾਤਾਰ ਜਿਹੜਾ ਅੰਦੋਲਨ ਦੇ ਵਿੱਚ ਬਜ਼ੁਰਗ ਬੱਚੇ ਮਹਿਲਾਵਾਂ ਬੈਠੀਆਂ ਨੇ, ਸੁਪਰੀਮ ਕੋਰਟ 'ਚ ਵੀ ਇਹ ਗੱਲ ਕਹੀ ਗਈ ਕਿ ਬਜ਼ੁਰਗ ਬੱਚੇ ਮਹਿਲਾਵਾਂ ਜਿਹੜੀਆਂ ਨੇ ਵਾਪਸ ਚਲੀਆਂ ਜਾਣ। ਠੰਡ ਬਹੁਤ ਹੈ, ਕਈ ਨੁਕਸਾਨ ਜਾਨੀ ਹੋ ਚੁੱਕੇ ਨੇ ਹੁਣ ਤੱਕ। ਪਰ ਦੇਖੋ, ਸੁਪਰੀਮ ਕੋਰਟ ਨੇ ਕਿਹਾ ਠੀਕ ਆ, ਲੇਕਿਨ ਆਪਾਂ ਨੂੰ ਪਹਿਲਾਂ ਇਹ ਸਮਝਣਾ ਪਏਗਾ ਉਸ ਕਰੋਨਾ ਦੇ ਵੇਲੇ ਜਿਸ ਵੇਲੇ ਲੋਕ ਆਪਣੇ ਸਕਿਆਂ ਦਾ ਸੰਸਕਾਰ ਕਰਨ ਵੀ ਨਹੀਂ ਜਾਂਦੇ ਸੀ, ਕਿੰਨਾ ਵੱਡਾ ਦੁੱਖ, ਕਿੰਨੀ ਵੱਡੀ ਪੀੜਾ, ਕਿੰਨਾ ਵੱਡਾ ਧੱਕਾਸ਼ਾਹੀ ਹੋਊਗੀ। ਇਹੋ ਜਿਹੇ ਦੁੱਖ ਵੇਲੇ ਵੀ, ਇਹੋ ਜਿਹੀ ਮਹਾਮਾਰੀ ਦੇ ਵੇਲੇ ਵੀ ਇਹਨਾਂ ਬਜ਼ੁਰਗਾਂ ਨੂੰ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸੜਕਾਂ ਤੇ ਬਹਿਣਾ ਪੈ ਰਿਹਾ। ਪਹਿਲਾਂ ਆਪਾਂ ਇਸ ਭਾਵਨਾ ਨੂੰ ਸਮਝੀਏ।
ਸੁਪਰੀਮ ਕੋਰਟ ਇਹ ਤਾਂ ਸਮਝ ਗਈ ਕਿ ਲੋਕ ਬੈਠੇ ਨੇ, ਪਰ ਸੁਪਰੀਮ ਕੋਰਟ ਨੂੰ ਇਹ ਵੀ ਸਮਝਣ ਦੀ ਲੋੜ ਆ ਕਿ ਭਾਵਨਾ ਕਿੱਡੀ ਗਹਿਰੀ ਆ। ਇੱਕ ਮਿੰਟ ਸਾਡੇ ਨਾਲ ਇੱਕ ਬਜ਼ੁਰਗ ਨੇ, ਇਹਨਾਂ ਨੂੰ ਪੁੱਛ ਲੈਨੇ। ਬਾਬਾ ਜੀ ਕਿੰਨੀ ਉਮਰ ਹੈ ਤੁਹਾਡੀ? ਹਾਂਜੀ ਤੁਹਾਡੀ ਉਮਰ ਕਿੰਨੀ 80 ਹੈ? ਸਾਲ। ਕੋਰਟ ਕਹਿ ਰਹੀ ਹੈ ਕਿ ਬਜ਼ੁਰਗ ਜਿਹੜੇ ਨੇ ਵਾਪਸ ਚਲੇ ਜਾਣ, ਜਾਓਗੇ ਵਾਪਸ? ਵਾਪਸ ਕਿੱਥੇ ਜਾਉਂਗੇ ਜਿੰਨਾ ਚਿਰ ਉਹ ਨਹੀਂ ਹੁੰਦਾ, ਲੰਦੇ ਨਹੀਂ ਕਾਲੇ ਕਾਨੂੰਨ। ਸੋ 80 ਸਾਲ ਦੀ ਉਮਰ ਅਜੇ ਵੀ ਕਹਿ ਰਹੇ ਨੇ ਜਦ ਤੱਕ ਕਾਨੂੰਨ ਨਹੀਂ ਵਾਪਸ ਹੁੰਦੇ ਉਦੋਂ ਤੱਕ ਵਾਪਸ ਨਹੀਂ ਜਾਣਾ। ਬਹੁਤ ਬਜ਼ੁਰਗਾਂ ਨੂੰ ਮਿਲਦਾ ਹੈ, ਨੌਜਵਾਨਾਂ ਨੂੰ ਮਿਲਦਾ ਹੈ। ਮੈਂ ਇੱਥੇ 88 ਸਾਲ ਦੇ ਬਜ਼ੁਰਗਾਂ ਨੂੰ ਮਿਲਿਆ। ਉਹ ਕਹਿੰਦੇ, ਸਾਡੇ ਇੱਕ ਦੋਸਤ ਦੇ ਸਹੁਰਾ ਸਾਹਿਬ ਬੈਠੇ ਨੇ, ਮੈਂ ਉਹਨਾਂ ਨੂੰ ਮਿਲਿਆ। ਉਹ ਕਹਿੰਦੇ ਅਸੀਂ ਆਪਣੇ ਫੋਟੋਆਂ ਖਿੱਚ ਕੇ ਭੇਜਤੀਆਂ ਨੇ ਵਾਪਸ, ਅਸੀਂ ਜਾਵਾਂਗੇ ਨਹੀਂ, ਭੋਗ ਸਾਡੇ ਇੱਥੇ ਪੈ ਜਾਣਗੇ, ਪਰ ਕਾਨੂੰਨ ਵਾਪਸ ਕਰਾਏ ਬਿਨਾਂ ਨਹੀਂ ਜਾਵਾਂਗੇ। ਸੋ ਬਿਲਕੁਲ ਜਿਹੜਾ ਹੈ ਉਹ ਜਜ਼ਬਾ ਜੋਸ਼ ਹਜੇ ਵੀ ਬਣਿਆ ਹੋਇਆ ਹੈ। ਔਰ ਜਿਸ ਤਰ੍ਹਾਂ ਬਜ਼ੁਰਗ ਨੇ ਕਿਹਾ ਔਰ ਜਿਹੜਾ ਹੈ ਸਿਰਸਾ ਸਾਹਿਬ ਨੇ ਕਿਹਾ ਕਿ ਬਜ਼ੁਰਗ ਜਿਹੜੇ ਨੇ ਆਪਣੀ ਮਰਜ਼ੀ ਨਾਲ ਬੈਠੇ ਨੇ ਔਰ ਉਸ ਹੌਸਲੇ ਦੀ ਕਦਰ ਹੈਗੀ ਕਿ ਜਿਸ ਹੌਸਲੇ ਦੇ ਨਾਲ ਉਹ ਇੱਥੇ ਡਟੇ ਹੋਏ ਨੇ ਔਰ ਜਦ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਹੈ ਬਿਲਕੁਲ ਵਾਪਸ ਜਾਣ ਨੂੰ ਤਿਆਰ ਨਹੀਂ। ਕੈਮਰਾ ਪਰਸਨ ਰਾਮ ਬਹਾਦਰ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਸਿੰਘੂ ਬਾਰਡਰ। ਗੁੰਜਾ ਸਿੱਖ ਫਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 40 ਮੁਕਤਿਆਂ ਦੀ ਯਾਦ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਗਏ, ਜਿੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਈ ਮੈਂਬਰ ਵੀ ਮੌਜੂਦ ਰਹੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਇਸਤਰੀ ਅਕਾਲੀ ਦਲ ਦਿੱਲੀ ਦੀ ਜਿਹੜੀ ਟੀਮ ਹੈ ਮਾਈ ਭਾਗੋ ਬ੍ਰਿਗੇਡ ਦਿੱਲੀ ਸਟੇਟ ਵੱਲੋਂ ਮਾਈ ਭਾਗੋ ਜੀ ਦੀ ਯਾਦ ਵਿੱਚ ਔਰ ਜਿਹੜੇ ਸ਼੍ਰੀ ਮੁਕਤਸਰ ਸਾਹਿਬ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ ਸਮਾਗਮ ਮਨਾਇਆ ਗਿਆ। ਮਾਈ ਭਾਗੋ ਜੀ ਵਾਸਤੇ ਜੋ ਵੀ ਅਸੀਂ ਕਹੀਏ ਉਹ ਥੋੜਾ ਹੈ, ਕਿਉਂਕਿ ਉਹਨਾਂ ਨੇ ਇੰਨੀ ਨਿਡਰਤਾ ਨਾਲ ਇੰਨੀ ਬਹਾਦਰੀ ਨਾਲ ਜੋ ਮੁਕਾਬਲਾ ਕੀਤਾ ਤੇ ਅਸੀਂ ਸਾਰੇ ਬੀਬੀਆਂ ਨੇ ਅੱਜ ਮਿਲ ਕੇ ਉਹਨਾਂ ਦਾ ਦਿਨ ਵੀ ਮਨਾਇਆ ਤੇ ਸਾਡੀਆਂ ਬੱਚੀਆਂ ਨੇ ਇਤਿਹਾਸ ਵੀ ਦੱਸਿਆ ਔਰ ਕਵਿਤਾ ਰਾਹੀਂ ਵੀ ਸਮਝਾਇਆ ਗਿਆ ਹੈ ਕਿ ਕਿਸ ਤਰੀਕੇ ਨਾਲ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਬੋਲਡ ਹੋਣਾ ਚਾਹੀਦਾ ਹੈ ਤੇ ਉਹਨਾਂ ਤੋਂ ਸਾਨੂੰ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ। ਤੇ ਇਹ ਵੀ ਦੱਸਿਆ ਕਿ ਬੀਬੀਆਂ ਨੂੰ ਸਭ ਤੋਂ ਪਹਿਲੇ ਸਨਮਾਨ ਦਿੱਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਕਿਉਂਕਿ ਇਤਿਹਾਸ ਵਿੱਚ ਬੀਬੀਆਂ ਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਿਆ ਜਾਂਦਾ ਸੀ। ਤੇ ਸਭ ਤੋਂ ਪਹਿਲੇ ਸਾਡਾ ਜਿਹੜਾ ਬੀਬੀਆਂ ਨੂੰ ਕਿਹਾ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਤੇ ਸਾਨੂੰ ਪੂਰਾ ਮਾਣ ਮਿਲਿਆ ਤੇ ਇਸ ਮਾਣ ਕਰਕੇ ਹੀ ਅੱਜ ਇਹ ਦਿਨ ਸਾਨੂੰ ਮਨਾਉਣੇ ਵੀ ਚਾਹੀਦੇ ਨੇ ਔਰ ਆਪਣੀ ਪਨੀਰੀ ਨਾਲ ਸਾਨੂੰ ਇਤਿਹਾਸ ਦੱਸਣਾ ਚਾਹੀਦਾ ਹੈ, ਜਿਸ ਤਰ੍ਹਾਂ ਕਿ ਮਹਾਰਾਣੀ ਸਦਾ ਕੌਰ ਹੈ, ਮਹਾਰਾਣੀ ਜਿੰਦ ਹੈ, ਮਾਈ ਭਾਗੋ ਕੌਰ ਜੀ ਨੇ, ਇਹਨਾਂ ਦਾ ਸਾਨੂੰ ਇਤਿਹਾਸ ਬੱਚਾ ਤੱਕ ਪਹੁੰਚਾਉਣਾ ਚਾਹੀਦਾ। ਤੇ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਗਈ ਅੱਜ ਮਾਈ ਭਾਗੋ ਬ੍ਰਿਗੇਡ ਵੱਲੋਂ ਕਿ ਇਹ ਸਾਰਾ ਇਤਿਹਾਸ ਬੱਚਾ ਤੱਕ ਪਹੁੰਚਾਇਆ ਜਾਏ, ਪਨੀਰੀ ਤੱਕ ਪਹੁੰਚਾਇਆ ਜਾਏ, ਹਰ ਜਗ੍ਹਾ ਪਹੁੰਚਾਇਆ ਜਾਏ ਤਾਂ ਕਿ ਬੱਚੇ ਵੀ ਸਿੱਖਣ ਤੇ ਇਹਦੇ ਨਾਲ ਜੁੜਨ। ਅੱਜ ਦੇ ਦਿਨ ਮੁਕਤਸਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਟੁੱਟੀ ਗੰਢੀ ਸੀ। ਮੈਂ ਸਮਝਦਾ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਪੂਰੀ ਕੌਮ ਦੇ ਉੱਤੇ ਔਰ ਜੋ ਅੱਜ ਕਿਸਾਨਾਂ ਦਾ
ਇੰਨਾ ਮਾਹੌਲ ਚੱਲਦਾ ਪਿਆ, ਇਹਨਾਂ ਲੱਖਾਂ ਕਿਸਾਨ ਜਿਹੜੇ ਆ ਕੇ ਦਿੱਲੀ ਦੇ ਬਾਰਡਰਾਂ ਦੇ ਵੱਖ-ਵੱਖ ਤੇ ਬੈਠੇ ਨੇ। ਗੁਰੂ ਸਾਹਿਬ ਆਪ ਕਿਰਪਾ ਕਰਨ, ਇਸ ਸਰਕਾਰ ਨੂੰ ਮੱਤ ਦੇਣ ਤਾਂ ਜੋ ਇਹ ਸਰਕਾਰ ਨੂੰ ਮੱਤ ਆਵੇ ਔਰ ਇਹ ਜਿਹੜੇ ਕਾਲੇ ਬਿੱਲ ਨੇ ਇਹ ਕੈਂਸਲ ਹੋਣ ਔਰ ਕਿਸਾਨ ਜਿਹੜੇ ਨੇ ਇਹ ਜਲਦੀ ਤੋਂ ਜਲਦੀ ਘਰਾਂ 'ਚ ਪਰਤ ਸਕਣ। ਔਰ ਇਹ ਅੱਜ ਇੰਨਾ ਪਵਿੱਤਰ ਤਿਉਹਾਰ ਸੀ, ਸਾਰੇ ਕਿਸਾਨ ਆਪਣੇ ਘਰੋਂ ਘਰ ਹੀ ਮਨਾਉਂਦੇ ਹੁੰਦੇ ਸੀ, ਪਰ ਅੱਜ ਆਪਣੇ ਹੱਕਾਂ ਦੀ ਰਾਖੀ ਵਾਸਤੇ ਇਹ ਕਿਸਾਨ ਅੱਜ ਬਾਰਡਰਾਂ ਤੇ ਬੈਠੇ ਨੇ। ਇਹ ਤਿਉਹਾਰ ਜਿਹੜਾ ਉਹ ਆਪਣੇ ਘਰਾਂ 'ਚ ਨਹੀਂ ਮਨਾ ਕੇ ਇਹਨਾਂ ਨੇ ਬਾਰਡਰਾਂ ਤੇ ਮਨਾਇਆ। ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੀ ਪੂਰਨ ਰੂਪ ਤੇ ਸਾਰੇ ਪ੍ਰਬੰਧ ਕੀਤੇ ਗਏ ਸੀ। ਅੱਜ ਦੇ ਦਿਹਾੜੇ 40 ਮੁਕਤਿਆਂ ਨੇ ਮੁਗਲ ਸੈਨਾ ਦੀ ਉਹ ਜੰਗ ਕੀਤੀ, ਉਹਨਾਂ ਨੂੰ ਉੱਥੋਂ ਭਜਾਇਆ ਨਾਲ ਮਾਤਾ ਭਾਗ ਕੌਰ ਜੀ। ਔਰ ਅੱਜ ਦੇ ਦਿਹਾੜੇ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ, ਉਹ ਦਿਹਾੜਾ ਟੂਟੀ ਗੰਡਨ ਵਾਲਾ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਹਾ ਸਿੰਘ ਸਮੇਤ ਬਾਕੀ 40 ਮੁਕਤਿਆਂ ਦਾ ਵਿਦਾਵਾ ਫਾੜਿਆ ਸੀ ਔਰ ਉਹਨਾਂ ਨੂੰ ਮੁਕਤ ਕੀਤਾ ਸੀ। ਔਰ ਮਾਤਾ ਭਾਗ ਕੌਰ ਜੀ ਨੇ ਵੀ ਉਹ ਵੀਰ ਰਸ ਦਿਖਾਇਆ ਸੀ, ਹਜ਼ਾਰਾਂ ਮੁਗਲ ਸੈਨਾ ਨੂੰ ਮੌਤ ਦੇ ਘਾਟ ਉਤਾਰਿਆ ਸੀ। ਅੱਜ ਉਹ ਦਿਹਾੜਾ ਹੈ। ऐसे चीज़ों ਨੂੰ ਕੋਟਾਨ ਕੋਟ ਪ੍ਰਣਾਮ ਤੇ ਇਹੀ ਅਰਦਾਸ ਹੈ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸਾਡੀ ਵੀ ਟੁੱਟੀ ਗੱਲ, ਅਸੀਂ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ਼ ਪਏ ਹਾਂ, ਸਾਨੂੰ ਵੀ ਇਸ ਤੋਂ ਮੁਕਤ ਕਰਾਓ। ਨਾਲ ਹੀ ਕਿਸਾਨਾਂ ਵਾਸਤੇ ਅਰਦਾਸ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਅੱਜ ਬਹੁਤ ਹੀ ਬਖਸ਼ਿਸ਼ਾਂ ਵਾਲਾ ਦਿਹਾੜਾ ਹੈ ਤੇ ਕਿਸਾਨਾਂ ਦੇ ਜਿਹੜੇ ਹੱਕ ਤੇ ਸੱਚ ਵਾਸਤੇ ਆਪਣੇ ਬੋਰਡਰਾਂ ਤੇ ਖੜੇ ਹਨ ਮਾਤਾਵਾਂ ਭੈਣਾਂ ਬੱਚੇ, ਉਹਨਾਂ ਨੂੰ ਵੀ ਇਸ ਕਾਲੇ ਕਾਨੂੰਨ ਤੋਂ ਨਿਜਾਤ ਪਾਓ। ਮਾਘੀ ਦਾ ਜੋੜ ਮੇਲਾ ਜੋ ਇੱਕ ਆਨੰਦਪੁਰ ਸਾਹਿਬ ਦੇ ਜੋੜ ਮੇਲਾ, ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਵਾਂਗ ਦਮਦਮਾ ਸਾਹਿਬ ਦਾ ਜੋੜ ਮੇਲਾ ਇੱਕ ਪੁਰਾਣਾ ਸਾਡਾ ਇੱਕ ਰਵਾਇਤੀ ਇੱਕ ਬੋਲਾ ਹੈ। ਅਸਲ ਵਿੱਚ ਖਦਰਾਣੇ ਦੀ ਢਾਬ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਜੋ ਕਲਗੀਧਰ ਪਿਤਾ ਮਹਾਰਾਜ ਨੇ ਆਖਰੀ ਤੇ 14ਵੀਂ ਜੰਗ ਲੜੀ ਹੈ, ਉਸ ਜੰਗ ਦਾ ਜਿਹੜੇ 40 ਮੁਕਤੇ ਜਿਨ੍ਹਾਂ ਦੇ ਨਾਮ ਤੋਂ ਮੁਕਤਸਰ ਇਹ ਤੀਰਥ ਅਸਥਾਨ ਦਾ ਨਾਮ ਵਿਦਿਤ ਹੋਇਆ, ਪ੍ਰਗਟ ਹੋਇਆ, ਇਹ ਉਹਨਾਂ ਦੀ ਯਾਦ ਦਾ ਸਮਾਗਮ ਹੈ। ਅਸਲ ਵਿੱਚ ਇਹ ਜੰਗ ਜਿਹੜੀ ਹੈ ਇਹ ਜੂਨ ਵਿੱਚ ਹੋਈ ਔਰ 3 ਜੂਨ ਨੂੰ ਹਰ ਸਾਲ ਇਹ ਦਿਨ ਉੱਥੇ ਬੜਾ ਸੂਖਸ਼ਮ ਰੂਪ ਦੇ ਵਿੱਚ ਮਨਾਇਆ ਵੀ ਜਾਂਦਾ ਹੈ। ਪਰ ਇੱਕ ਵੇਲਾ ਸੀ ਜਦੋਂ ਇਸ ਮੁਕਤਸਰ ਸਾਹਿਬ ਦੀ ਧਰਤੀ ਨੂੰ ਜੰਗਲ ਦੇਸ਼ ਕਹਿੰਦੇ ਸੀ। ਪਾਣੀ ਨਹੀਂ ਸੀ ਹੁੰਦਾ, ਬਰਾਨੀਆਂ ਧਰਤੀਆਂ ਹੁੰਦੀਆਂ ਸੀ, ਜੰਗਲ ਹੀ ਜੰਗਲ ਸੀ ਇਹ ਸਾਰਾ ਮਾਲਵਾ ਦੇਸ਼। ਤਾਂ ਪੰਥ ਨੇ ਫੈਸਲਾ ਕੀਤਾ ਸੀ ਕਿ ਗਰਮੀ ਦੇ ਵਿੱਚ ਜੂਨ ਦੀ ਥਾਂ ਤੇ ਇਹ ਜਿਹੜਾ 40 ਮੁਕਤਿਆਂ ਦੀ ਯਾਦ ਵਿੱਚ ਇਹ ਜਿਹੜਾ ਜੋੜ ਮੇਲਾ ਹੈ ਇਹ ਜਦੋਂ ਮਾਘ ਮਹੀਨੇ ਦੀ ਸੰਗਰਾਂਦ ਹੋਵੇ ਉਸ ਦਿਨ ਮਨਾਇਆ ਜਾਵੇ। ਸੋ ਅੱਜ ਉਹ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸ਼ਰਧਾ ਬਹੁਤ ਸਤਿਕਾਰ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਮਨਾਇਆ ਜਾ ਰਿਹਾ ਹੈ। ਸੋਦਰ ਦੇ ਪਾਠ ਤੋਂ ਲੈ ਕੇ ਰਾਤ 10:30 ਵਜੇ ਦਾ ਵਿਸ਼ੇਸ਼ ਦੀਵਾਨ ਹਨ ਔਰ ਇਹ ਉਹ ਸਿੰਘ ਨੇ ਜਿਹੜੇ ਸਤਿਗੁਰੂ ਪਿਤਾ ਮਹਾਰਾਜ ਤੋਂ ਵਿਛੜੇ ਸਨ, ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਖਦਰਾਣੇ ਦੀ ਢਾਬ ਤੇ ਪਹੁੰਚੇ ਨੇ, ਉੱਥੇ ਯੁੱਧ ਦਾ ਸਮਾਂ ਬਣਿਆ ਹੋਇਆ ਹੈ ਤੇ ਇਹ ਸਾਰੇ ਮਾਤਾ ਭਾਗ ਕੌਰ ਜੀ ਦੀ ਅਗਵਾਨੀ ਦੇ ਵਿੱਚ ਉੱਥੇ ਪਹੁੰਚੇ ਸੀ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਜਿਹੜਾ ਜ਼ਿਕਰ ਹੈ ਉਹ ਸਰਦਾਰ ਮਹਾ ਸਿੰਘ ਜੀ ਦਾ ਆਉਂਦਾ ਹੈ। ਔਰ ਅੱਜ ਵੀ ਉੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਇਹ ਅਸਥਾਨ ਜਿਹੜੇ ਨੇ ਇਹ ਉਸ ਅਸਥਾਨ ਤੇ ਉਸ ਧਰਤੀ ਤੇ ਸਥਾਪਿਤ ਹਨ। ਅੱਜ ਦੇ ਦਿਨ ਲੱਖਾਂ ਹੀ ਖਾਲਸਿਆਂ ਦਾ ਉੱਥੇ ਜਲਾਓ ਸੱਜਦਾ ਹੈ ਔਰ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਆਪਾ ਗੁਰੂ ਤੋਂ ਕੁਰਬਾਨ ਕੀਤਾ ਸੀ। ਗੂੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।